ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਵੇ ਟੂ ਗੋ ਦ ਕੰਪਲੀਟ ਇਮੀਗ੍ਰੇਸ਼ਨ ਸੋਲੂਸ਼ਨ ਦੇ ਵਿੱਚ ਸਵਾਗਤ ਹੈ। ਤੁਹਾਨੂੰ ਪਤਾ ਹੈ ਇਮੀਗ੍ਰੇਸ਼ਨ ਨੂੰ ਲੈ ਕੇ ਵੱਖ-ਵੱਖ ਰੂਲਸ ਜਿਹੜੇ ਨੇ ਸਾਹਮਣੇ ਆ ਰਹੇ ਨੇ, ਨਵੀਆਂ-ਨਵੀਆਂ ਅਨਾਉਂਸਮੈਂਟਸ ਹੋ ਰਹੀਆਂ ਨੇ ਤੇ ਨਵੀਂ ਅਨਾਉਂਸਮੈਂਟ ਜਿਹੜੀ ਹੋਈ ਹੈ ਉਹਦੇ ਬਾਰੇ ਹਰ ਕੋਈ ਜਾਣਨ ਨੂੰ ਉਤਾਵਲਾ ਮੈਂ ਕਹਿ ਸਕਦੀ ਹਾਂ, ਕਿਉਂਕਿ ਅਨਾਉਂਸਮੈਂਟ ਜਿਹੜੀ ਹੋਈ ਹੈ ਉਹ ਹੈ ਕਿ ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ ਤੁਸੀਂ ਪੱਕੇ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਬੁਲਾ ਸਕਦੇ ਹੋ। ਪਰ ਕਿਵੇਂ ਬੁਲਾ ਸਕਦੇ ਹੋ, किस तरह एप्लीकेशन लगा सकते हो, कौन कौन एलिजिबल होएगा, कौन कौन एलिजिबल नहीं होएगा, इस सब बारे अजकल बात करांगे ते अज पहुंचे हुए ने हैरी इमीग्रेशन तो मेरे नाल हैरी। आओ उन्हां दा स्वागत करदे हां ते उन्हां दे नाल गलबात करदे हां। हैरी, स्वागत है जी तुहाडा। थैंक यू आशी, थैंक यू सो मच ते सांझा टीवी देख रहे सारे व्यूअर्स ਨੂੰ ਵੀ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਵੈਲਕਮ ਵਾਂਸ ਅਗੇਨ। ਤੇ ਕਿਵੇਂ ਹੋ, ਕੀ ਹਾਲ ਚਾਲ ਹੈ? ਠੀਕ ਹੈ ਜੀ, ਆਲ ਗੁੱਡ। ਤੇ ਜਿੱਦਾਂ ਇਮੀਗ੍ਰੇਸ਼ਨ ਦੀਆਂ ਨਿਊਜ਼ ਆ ਰਹੀਆਂ ਨੇ, ਗੈਟਿੰਗ ਬਿਜ਼ੀ ਤੇ ਕੰਮ ਜ਼ਿਆਦਾ ਆ ਰਿਹਾ ਵਾ। ਬੈਕ ਔਨ ਟਰੈਕ ਇਦਾਂ ਕਹਿ ਸਕਦੇ ਹਾਂ ਜੀ। ਹਾਂਜੀ, ਆਫਟਰ ਕੋਵਿਡ ਐਕਸਪੈਕਟਡ ਸੀਗਾ ਕਿ ਅਕਤੂਬਰ ਦੇ ਵਿੱਚ ਕਾਫੀ ਮੇਜਰ ਅਨਾਉਂਸਮੈਂਟ ਹੋਣੀਆਂ ਨੇ ਤੇ ਹਾਲੇ ਤਾਂ ਸਟਾਰਟ ਹੋਇਆ ਅਕਤੂਬਰ, ਸੋ ਹਾਲੇ ਬੜੀ ਵੱਡੀ ਨਿਊਜ਼ ਆਈ ਆ ਜੀ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਜੀ। ਬਿਲਕੁਲ, ਕਿਉਂਕਿ ਇਹ ਜਿਹੜੀ ਅਨਾਉਂਸਮੈਂਟ ਸੀਗੀ ਇਹ ਅਸੀਂ ਜਨਵਰੀ ਤੋਂ ਐਕਸਪੈਕਟ ਕਰ ਰਹੇ ਸੀ। ਇਨਫੈਕਟ ਜਦੋਂ ਫੈਡਰਲ ਸਰਕਾਰ ਹੁਣ ਬਣੀ ਹੈਗੀ ਹੈ 2019 ਦੇ ਵਿੱਚ, ਤਾਂ ਉਦੋਂ ਤੋਂ ਹੀ ਲੱਗਦਾ ਸੀਗਾ ਕਿ ਇਹ ਅਨਾਉਂਸਮੈਂਟ ਹੋਏਗੀ। ਪਰ ਹੁਣ ਕੋਵਿਡ ਆ ਗਿਆ ਵਿੱਚ ਆਪਣੇ ਜੋ ਮਿਨਿਸਟਰ ਹੈ, ਇਮੀਗ੍ਰੇਸ਼ਨ ਮਿਨਿਸਟਰ, ਉਹ ਨਵੇਂ ਆਏ ਸੀ, ਫਿਰ ਉਹਨਾਂ ਦੀ ਵੇਟ ਕਰਦੇ ਰਹੇ ਤਾਂ ਫਾਈਨਲੀ ਇਹ ਅਨਾਉਂਸਮੈਂਟ ਜਿਹੜੀ ਉਹ ਸਾਡੇ ਸਾਹਮਣੇ ਆ ਗਈ। ਤੁਹਾਨੂੰ ਪਿਛਲੀ ਵਾਰ ਯਾਦ ਹੋਣਾ ਹੈਰੀ, ਜਦੋਂ ਇਹ ਐਪਲੀਕੇਸ਼ਨਸ ਖੁੱਲੀਆਂ ਸੀਗੀਆਂ ਉਸ ਟਾਈਮ ਦੇ ਉੱਤੇ ਸਿਸਟਮ ਹੀ ਕ੍ਰੈਸ਼ ਜਿਹੜਾ ਹੋ ਗਿਆ ਸੀਗਾ ਤੇ ਮਾਈ ਗੁੱਡਨੈਸ 5 ਮਿੰਟ ਦੇ ਵਿੱਚ ਇੰਨੀਆਂ ਕਿ ਐਪਲੀਕੇਸ਼ਨਸ ਚਲੀਆਂ ਗਈਆਂ ਤੇ ਉਸ ਤੋਂ ਬਾਅਦ ਕੁਝ ਹੋਇਆ ਨਹੀਂ। 2019 ਦਾ ਜਿਹੜਾ ਇਸ ਤਰ੍ਹਾਂ ਹੀ ਚਲਾ ਗਿਆ ਸਾਲ। ਹੁਣ 2020 ਦੇ ਵਿੱਚ ਜਿਹੜੀ ਇਹ ਅਨਾਉਂਸਮੈਂਟ ਹੋਈ ਹੈ, ਪਹਿਲਾਂ ਬਰੀਫ ਦੇ ਵਿੱਚ ਦੱਸੋ ਕਿ ਕਿਸ ਤਰ੍ਹਾਂ ਪੂਰੀ ਅਨਾਉਂਸਮੈਂਟ ਕੀ ਹੈ। ਪਹਿਲਾਂ ਤਾਂ ਵਿਊਅਰਸ ਨੂੰ ਇਹ ਦੱਸਦਾ ਕਿ ਜੋ ਅੱਜ ਅਸੀਂ ਜਿਸ ਅਨਾਉਂਸਮੈਂਟ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਹੈਗੀ ਆ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਦੀ ਸਪਾਂਸਰਸ਼ਿਪ ਬਾਰੇ, ਜੋ ਲਾਸਟ ਟਾਈਮ ਵੀ ਜਿਹੜੀ ਇਹਨਾਂ ਨੇ ਅਨਾਉਂਸ ਕੀਤੀ ਸੀਗੀ। ਤੇ ਉਸ ਟਾਈਮ ਕੀ ਹੋਇਆ ਸੀ ਕਿ ਇਹਨਾਂ ਨੇ ਕਿਹਾ ਸੀ ਆਨਲਾਈਨ ਸਿਸਟਮ ਅਸੀਂ ਕੀਤਾ ਸੀਗਾ ਕਿ ਜਿਹਨੇ ਫਾਈਲ ਲਾਤੀ ਜੀ ਲੱਗ ਗਈ। ਉਦੋਂ ਬਹੁਤ ਸਾਰੇ ਐਲੀਜੀਬਲ ਕੈਂਡੀਡੇਟ ਸੀ ਜਿਹੜੇ ਰਹਿ ਗਏ ਸੀਗੇ ਜੀ ਇਸ ਪੂਲ ਦੇ ਵਿੱਚ ਆਉਣ ਦੇ ਲਈ। ਤੇ ਉਸ ਤੋਂ ਬਾਅਦ ਇਸ ਵਾਰੀ ਇਹਨਾਂ ਨੇ ਫਿਰ ਤੋਂ ਦੁਬਾਰਾ ਐਪਲੀਕੇਸ਼ਨ ਉਹ ਲੈਣੀਆਂ ਸੈਪਟ ਕਰਨੀਆਂ ਨੇ ਹੁਣ 13 ਅਕਤੂਬਰ ਤੋਂ। ਤੇ ਹੁਣ ਇਹਨਾਂ ਨੇ ਫਿਰ ਦੁਬਾਰਾ ਜਿਹੜਾ ਪਹਿਲਾ ਰੂਲ ਚੱਲਦਾ ਹੁੰਦਾ ਸੀ ਲੋਟਰੀ ਸਿਸਟਮ ਵਾਲਾ ਦੁਬਾਰਾ ਲਾਂਚ ਕੀਤਾ, ਕਿਉਂਕਿ ਜਿਹੜਾ ਪਿਛਲੀ ਵਾਰ ਜਿਹੜਾ ਸਿਸਟਮ ਆਇਆ ਸੀਗਾ ਉਹ ਟੋਟਲ ਫੇਲ ਸੌਰਟ ਆਫ ਹੀ ਮੰਨਿਆ ਗਿਆ ਸੀਗਾ, ਕਿਉਂਕਿ ਬਹੁਤ ਸਾਰੀ ਉਹ ਐਪਲੀਕੇਸ਼ਨ ਸੀ ਜਿਹੜੀਆਂ ਓਵਰਸੀਜ਼ ਤੋਂ ਜਾਂ ਇੱਧਰ ਉੱਧਰੋਂ ਬੈਠੇ ਕੈਂਡੀਡੇਟਸ ਨੇ ਲਾਈਆਂ ਤਾਂ ਉਹ ਲੱਗ ਗਈਆਂ। ਠੀਕ ਹੈ ਜੀ। ਤੇ ਉਹ ਤੋਂ ਪਰ ਉਹਦੇ ਨਾਲ ਬਹੁਤ ਸਾਰੇ ਲੋਕ ਸੀ ਜਿਹੜੇ ਡਿਸਸੈਟੀਸਫਾਈਡ ਹੋਏ, ਜਿਹੜੇ ਕਹਿੰਦੇ ਸੀਗੇ ਕਿ ਅਸੀਂ ਨਹੀਂ ਜੀ ਇਹ ਫਾਰਮੈਟ ਸਾਨੂੰ ਨਹੀਂ ਪਸੰਦ ਆਇਆ, ਹਨਾ। ਤੇ ਸਾਨੂੰ 10-10 ਸਾਲ ਹੋ ਗਏ, 20-20 ਸਾਲ ਹੋ ਗਏ ਕੈਨੇਡਾ ਦੇ ਵਿੱਚ ਬੈਠਿਆਂ ਨੂੰ, ਤੇ ਹੁਣ ਸਾਨੂੰ ਅਸੀਂ ਸਾਡੀ ਐਪਲੀਕੇਸ਼ਨ ਨਹੀਂ ਲੱਗ ਰਹੀ। ਪਰ ਜਿਹੜੇ ਪਿਛਲੇ ਸਾਲ ਕੋਈ ਪੀਆਰ ਹੋਇਆ ਜਾਂ ਕੋਈ 2 ਮਹੀਨੇ ਪਹਿਲਾਂ ਪੀਆਰ ਹੋਇਆ ਉਹਨਾਂ ਦੇ ਪੇਰੈਂਟਸ ਦੀ ਐਪਲੀਕੇਸ਼ਨ ਲੱਗ ਗਈ। ਤਾਂ ਬਹੁਤ ਸਾਰੀਆਂ ਕੰਪਲੇਂਟਸ ਗਈਆਂ IRCC ਨੂੰ। ਤੇ ਇਸ ਵਾਰੀ ਫਿਰ ਲੋਕਾਂ ਨੂੰ ਉਮੀਦ ਸੀਗੀ ਕਿ ਜਨਵਰੀ ਦੇ ਵਿੱਚ ਫਿਰ ਇਹ ਪ੍ਰੋਗਰਾਮ ਲਾਂਚ ਹੋਊਗਾ, ਪਰ ਕੋਵਿਡ ਕਰਕੇ ਪਹਿਲਾਂ ਸੀਗਾ ਕਿ ਮਾਰਚ ਵਿੱਚ ਕਰਨਗੇ, ਫਿਰ ਹੌਲੀ ਡਿਲੇ ਹੁੰਦਾ ਹੁਣ ਫਾਈਨਲੀ ਅਕਤੂਬਰ 13 ਨੂੰ ਦੁਪਹਿਰ ਦੇ 12 ਵਜੇ ਈਸਟਰਨ ਟਾਈਮ ਦੇ ਅਕੋਰਡਿੰਗ ਐਪਲੀਕੇਸ਼ਨਸ ਲੈਣੀਆਂ ਅਸੈਪਟ ਹੋਣਗੀਆਂ ਜੀ। ਤੇ ਇਹ 3 ਵੀਕਾਂ ਦਾ ਉਹਨਾਂ ਨੇ ਟਾਈਮ ਦਿੱਤਾ ਕਿ 3 ਵੀਕਸ ਦੇ ਵਿੱਚ ਤੁਸੀਂ ਜਦੋਂ ਮਰਜ਼ੀ ਆਪਣੀ ਐਪਲੀਕੇਸ਼ਨ ਸਬਮਿਟ ਕਰ ਸਕਦੇ ਹੋ ਅੰਟਿਲ 3 ਨਵੰਬਰ ਦੁਪਹਿਰ ਦੇ 12 ਵਜੇ ਤੱਕ ਈਸਟਰਨ ਟਾਈਮ ਤੱਕ। ਉਦੋਂ ਤੁਸੀਂ ਆਪਣੀ ਜਿਹੜੇ ਵੀ ਸਪਾਂਸਰ ਕਰਨਾ ਚਾਹੁੰਦੇ ਹੋ ਆਪਣੇ ਪੇਰੈਂਟਸ ਨੂੰ, ਤਾਂ ਤੁਸੀਂ ਆਪਣੀ ਐਪਲੀਕੇਸ਼ਨ ਸਬਮਿਟ ਕਰ ਸਕਦੇ ਹੋ ਜੀ। ਬਿਲਕੁਲ ਹੈਰੀ, ਜਿੱਦਾਂ ਤੁਸੀਂ ਦੱਸਿਆ ਕਿ ਸਬਮਿਟ ਦਾ ਟਾਈਮ ਜਿਹੜਾ ਹੈਗਾ 3 ਵੀਕ ਦਾ ਦੱਸਿਆ ਗਿਆ। ਹੁਣ ਸਾਰਿਆਂ ਦੀ ਕਨਫਿਊਜ਼ਨ ਇਹ ਹੋਣੀ ਆ, ਸਾਰਿਆਂ ਦੀ ਕੋਸ਼ਿਸ਼ ਵੀ ਹੋਣੀ ਆ ਕਿ ਫਟਾਫਟ ਅਸੀਂ ਐਪਲੀਕੇਸ਼ਨ ਲਗਾ ਲਈਏ। ਹੁਣ ਜਿਹੜਾ ਕੋਈ 13 ਤਰੀਕ ਨੂੰ ਐਪਲੀਕੇਸ਼ਨ ਭਰ ਰਿਹਾ ਤੇ ਜਿਹੜਾ ਨਵੰਬਰ ਦੇ ਵਿੱਚ ਐਪਲੀਕੇਸ਼ਨ ਭਰ ਰਿਹਾ, ਉਹਦੇ ਵਿੱਚ ਕੋਈ ਡਿਫਰੈਂਸ ਹੋਊਗਾ? ਨਹੀਂ ਜੀ, ਕੋਈ ਡਿਫਰੈਂਸ ਨਹੀਂ ਹੈਗਾ। ਈਵਨ ਕਾਫੀ ਕਾਲਸ ਇਸ ਰਿਲੇਟਡ ਹੀ ਕਾਲਸ ਹੁੰਦੀਆਂ ਨੇ ਕਿ ਜੀ ਅਸੀਂ ਪਹਿਲੇ ਦਿਨ ਸਬਮਿਟ ਕਰੀਏ ਜਾਂ ਅਸੀਂ ਹਨਾ ਵੀ ਰੋਕ ਕੇ ਕਰੀਏ, ਕਿਤੇ ਉਹ ਪਹਿਲੀਆਂ 10,000 ਐਪਲੀਕੇਸ਼ਨ ਨਾ ਚੱਕ ਲੈਣ, ਕਿਉਂਕਿ ਇਹਨਾਂ ਨੇ ਇਸ ਵਾਰੀ ਸਿਰਫ 10,000 ਐਪਲੀਕੇਸ਼ਨਸ ਲੈਣੀਆਂ ਨੇ। ਤੇ ਮੇਰੇ ਖਿਆਲ 'ਚ ਜਿਹੜੇ ਸਬਮਿਟ ਕਰਨ ਵਾਲੇ 100,000 ਨੇਗੇ ਉਹ। ਠੀਕ ਹੈ ਜੀ। ਉਹ ਹੁਣ ਡਿਪੈਂਡ ਕਰਦਾ ਕਿ ਕਿੰਨੇ ਪਹਿਲੀਆਂ 10,000 ਤਾਂ ਨਹੀਂ ਲੈਣੀਆਂ ਉਹਨਾਂ ਨੇ, ਉਹ ਟੋਟਲ ਜਿੰਨਾ ਐਪਲੀਕੇਸ਼ਨਸ ਆਈਆਂ ਹੋਣਗੀਆਂ ਪੂਲ ਦੇ ਵਿੱਚ ਉਹਦੇ ਵਿੱਚੋਂ 10,000 ਲੈਣੀਆਂ, ਚਾਹੇ ਤੁਸੀਂ ਪਹਿਲੇ ਦਿਨ ਸਬਮਿਟ ਕੀਤੀ ਆ, ਚਾਹੇ ਤੁਸੀਂ ਮਿਡਲ ਆਫ ਦਾ ਵੀਕ ਕੀਤੀ ਆ, ਚਾਹੇ ਤੁਸੀਂ 3 ਤਰੀਕ ਨੂੰ ਕੀਤੀ ਆ। ਠੀਕ ਹੈ ਜੀ। ਬਟ ਤੁਹਾਡੀ ਐਪਲੀਕੇਸ਼ਨ ਜਿਹੜੀ ਆ ਇੰਟਰਸਟ ਟੂ ਸਪਾਂਸਰ ਜਿਹੜੀ ਹੈਗੀ ਉਹ ਤੁਹਾਡਾ ਸਬਮਿਟ ਹੋਣਾ ਜ਼ਰੂਰੀ ਆ। ਅਗਰ ਸਬਮਿਟ ਕਰਤਾ ਦੈਨ ਤੁਹਾਨੂੰ ਉਹਦੇ ਵਿੱਚੋਂ ਇਨਵੀਟੇਸ਼ਨ ਆਉਣਾ, ਤੇ ਜਿਹੜਾ ਲੱਕੀ ਡਰਾ ਜਿਹੜਾ ਵੀ ਲੱਕੀ ਹੋਊਗਾ ਜੀ ਉਹਨੂੰ ਇਨਵੀਟੇਸ਼ਨ ਆ ਜਾਊਗਾ ਪੇਰੈਂਟਸ। ਬਹੁਤ ਸਾਰੀਆਂ ਐਪਲੀਕੇਸ਼ਨ ਮੈਨੂੰ ਲੱਗਦਾ ਹੈ ਇਦਾਂ ਦੀਆਂ ਵੀ ਹੋਣਗੀਆਂ ਜਿਹੜੀਆਂ ਕਿ
ਰਿਕੁਆਇਰਮੈਂਟ ਮੀਟ ਨਹੀਂ ਕਰਦੀਆਂ ਹੋਣੀਆਂ ਗਿਆ। ਸੋ ਇਹ ਵੀ ਹੋ ਸਕਦਾ ਹੈ ਕਿ 10,000 ਐਪਲੀਕੇਸ਼ਨ ਦੇ ਵਿੱਚੋਂ ਜੇ ਮੰਨ ਲਓ 2,000 ਐਪਲੀਕੇਸ਼ਨਸ ਉਦਾਂ ਦੀਆਂ ਨੇ ਤਾਂ ਰੈਂਡਮਲੀ ਜਿਹੜੀਆਂ ਉਹਨਾਂ ਨੇ 10,000 ਕੰਪਲੀਟ ਕਰਨੀਆਂ ਨੇ ਉਹ ਕੋਈ ਵੀ ਹੋ ਸਕਦੀਆਂ। ਇਹ ਨਹੀਂ ਕਿ ਪਹਿਲੀਆਂ 10,000 ਚੱਕ ਕੇ ਉਸ ਤੋਂ ਬਾਅਦ ਉਹਨਾਂ ਨੇ ਬੰਦ ਕਰ ਦੇਣਾ। ਨਹੀਂ, ਇਦਾਂ ਨਹੀਂ ਹੈਗਾ ਜੀ, ਕਿਉਂਕਿ ਅਸੀਂ ਵੀ ਹਮੇਸ਼ਾ ਜਿਹੜੇ ਵੀ ਜਿਨ੍ਹਾਂ ਨੇ ਵੀ ਐਪਲੀਕੇਸ਼ਨ ਲਾਉਣੀ ਆ ਇਸ ਪ੍ਰੋਗਰਾਮ ਦੇ ਮੀਡੀਅਮ ਦੇ ਥਰੂ ਵੀ ਅਸੀਂ ਇਹ ਕਹਾਂਗੇ ਕਿ ਸਿਰਫ ਉਹੀ ਐਪਲੀਕੇਸ਼ਨ ਲਾਉਣ ਜਿਹੜੇ ਐਲੀਜੀਬਿਲਟੀ ਮੀਟ ਕਰਦੇ ਆ। ਜਿਹੜੇ ਐਲੀਜੀਬਿਲਟੀ ਕਈ ਲਾਸਟ ਟਾਈਮ ਵੀ ਕਈ ਇਹਨਾਂ ਨੇ ਇਦਾਂ ਕੀਤਾ ਕਿ ਐਲੀਜੀਬਿਲਟੀ ਮੀਟ ਨਹੀਂ ਕਰਦੇ ਸੀਗੇ ਬਟ ਉਹਨਾਂ ਨੇ ਰੀਸੋ ਰੀਸ ਲਾਤੀਆਂ ਫਾਈਲਾਂ ਕਿ ਅਸੀਂ PR ਹਾਂ, ਅਸੀਂ ਚਲੋ ਜੀ ਲਾਤੀ ਫਾਈਲ, ਦੇਖੀ ਜਾਊਗਾ ਜਦੋਂ ਆਊਗਾ। ਉਹ ਦੇਖੀ ਜਾਊ ਨਾਲ ਜਿਹੜੇ ਐਲੀਜੀਬਲ ਕੈਂਡੀਡੇਟ ਸੀ ਉਹ ਵਿਚਾਰੇ ਪਿੱਛੇ ਰਹਿ ਗਏ। ਸੋ ਜਿਹੜੇ ਐਲੀਜੀਬਿਲਟੀ ਮੀਟ ਕਰਦੇ, ਪਹਿਲਾਂ ਐਲੀਜੀਬਿਲਟੀ ਦੇਖੋ ਤੁਸੀਂ, ਇਨਕਮ ਦੀ ਐਲੀਜੀਬਿਲਟੀ ਮੀਟ ਕਰਦੇ ਹੋ, ਬਾਕੀ ਹੋਰ ਐਲੀਜੀਬਿਲਟੀ ਕ੍ਰਾਈਟੇਰੀਆ ਨੇ ਉਹ ਤੁਸੀਂ ਮੀਟ ਕਰਦੇ ਹੋ ਤਾਂ ਹੀ ਤੁਸੀਂ ਉਹ ਫਾਰਮ ਸਬਮਿਟ ਕਰੋ। ਅਗਰ ਨਹੀਂ ਮੀਟ ਕਰਦੇ ਨਾ ਤਾਂ ਪਲੀਜ਼ ਤੁਸੀਂ ਫਾਰਮ ਨਾ ਸਬਮਿਟ ਕਰੋ ਤਾਂ ਜੋ ਜਿਹੜੇ ਐਲੀਜੀਬਲ ਕੈਂਡੀਡੇਟ ਆ ਵਿਚਾਰੇ ਉਹਨਾਂ ਨੂੰ ਵੀ ਮੌਕਾ ਮਿਲ ਸਕੇ। ਜੀ ਬਿਲਕੁਲ। ਕਿਵੇਂ ਜਿਹੜਾ ਫਾਰਮ ਹੈਗਾ ਇਹ ਅਸੀਂ ਸਬਮਿਟ ਕਰ ਸਕਦੇ ਹਾਂ? ਇਹ ਤੁਸੀਂ ਆਨਲਾਈਨ ਸਬਮਿਟ ਕਰ ਸਕਦੇ ਹੋ ਜੀ, ਆਨਲਾਈਨ ਹੈ ਸਿੱਧਾ ਹੀ, ਤੇ ਉਹਦੇ ਵਿੱਚ ਕੁਝ ਨਹੀਂ, ਬੇਸਿਕ ਜੀ ਇਨਫੋਰਮੇਸ਼ਨ ਤੁਹਾਡੀ ਪਾਉਣੀ ਹੈ ਕਿਉਂਕਿ ਜਿਹੜਾ ਬਿਗਨਿੰਗ ਇਨੀਸ਼ੀਅਲ ਸਟੇਜ ਤੇ ਜਿਹੜੀ ਇਨਫੋਰਮੇਸ਼ਨ ਹੈ ਉਦੋਂ ਤੁਹਾਡੀ ਕੋਈ ਇਨਕਮ ਦੀ ਇਦਾਂ ਦੀ ਸੱਚ ਕੋਈ ਨਹੀਂ ਰਿਕੁਆਇਰਮੈਂਟ ਲਈ ਜਾਂਦੀ। ਜਸਟ ਜਿਹਨੇ ਸਪਾਂਸਰ ਕਰਨਾ ਤੇ ਜਿਹਨੇ ਅੱਗੇ ਜਿਹਦੇ ਲਈ ਸਪਾਂਸਰ ਕਰਨਾ ਸਿਰਫ ਉਹਨਾਂ ਦੀ ਇਨਫੋਰਮੇਸ਼ਨ ਜਾਣੀ ਆ, ਉਹ ਤੋਂ ਇਲਾਵਾ ਹੋਰ ਕੋਈ ਐਕਸਟਰਾ ਇਨਫੋਰਮੇਸ਼ਨ ਨਹੀਂ ਉਹਦੇ ਵਿੱਚ ਜਾਣੀ। ਸਿੰਪਲ ਤੁਸੀਂ ਫਾਰਮ ਫਿਲ ਕਰ ਦੇਣਾ ਤੇ ਤੁਹਾਨੂੰ ਈਮੇਲ ਆ ਜਾਣੀ ਹੈ ਕਿ ਹਾਂਜੀ ਤੁਹਾਡਾ ਜਿਹੜਾ ਫਾਰਮ ਆ ਸਬਮਿਟ ਹੋ ਗਿਆ। ਫਿਰ ਉਹ ਤੁਹਾਨੂੰ ਇੱਕ ਨੰਬਰ ਦੇਣਗੇ, ਫਿਰ ਜਦੋਂ ਕੱਲ੍ਹ ਨੂੰ ਜਦੋਂ ਲੋਟਰੀ ਦਾ ਡਰਾ ਕੱਢਣਗੇ ਜਦੋਂ, ਫਿਰ ਉਹ ਨੰਬਰ ਤੋਂ ਤੁਹਾਨੂੰ ਪਤਾ ਲੱਗ ਜਾਊਗੀ ਤੁਹਾਡੀ ਐਪਲੀਕੇਸ਼ਨ ਅਸੈਪਟ ਹੋਈ ਹੈ ਜਾਂ ਨਹੀਂ ਹੋਈ ਹੈ। ਓਕੇ, ਸੋ ਡਰਾ ਜਿਹੜਾ ਆਊਗਾ ਉਹਨੂੰ ਦੇਖ ਕੇ ਤੇ ਫਿਰ ਉਸ ਤੋਂ ਬਾਅਦ ਜਿਹੜੇ ਰਿਕੁਆਇਰਮੈਂਟਸ ਹੈਗੀਆਂ ਨੇ ਜਾਂ ਕੋਈ ਪੇਪਰ ਵਰਕ ਹੈਗਾ ਹੈ ਜਾਂ ਸਭ ਕੁਝ ਉਹ ਬਾਅਦ ਵਿੱਚ ਮੰਗਣਗੇ। ਪਹਿਲਾਂ ਸਿਰਫ ਇਨੀਸ਼ੀਅਲ ਇਨਫੋਰਮੇਸ਼ਨ ਜਿਹੜੀ ਤੁਸੀਂ ਭੇਜਣੀ, ਪਹਿਲਾਂ ਇਨੀਸ਼ੀਅਲ ਇਨਫੋਰਮੇਸ਼ਨ ਜਾਣੀ ਹੈ ਜੀ ਵੀ ਕਿਹਨੂੰ ਸਪਾਂਸਰ ਕਰਨਾ ਵਾ, ਡੇਟ ਆਫ ਬਰਥ, ਕਿਹਨੇ ਸਪਾਂਸਰ ਕਰਨਾ ਵਾ, ਉਹਨਾਂ ਦਾ ਕ੍ਰੈਡਿਟ, ਸਿੰਪਲ ਜਿਹੇ 2-4 ਕੁਐਸਚਨ ਹੋਣਗੇ, ਜ਼ਿਆਦਾ ਨਹੀਂ। ਸੋ ਤੁਸੀਂ ਮੈਂਸ਼ਨ ਕੀਤਾ ਸੀਗਾ ਕਿ 2020 ਦੇ ਵਿੱਚ ਜਿਹੜੀਆਂ ਐਪਲੀਕੇਸ਼ਨ 10,000 ਹੀ ਲੈਣੀਆਂ ਹੈਗੀਆਂ ਨੇ। ਸੋ ਇਸ ਸਾਲ ਦੇ ਵਿੱਚ ਕਦੋਂ ਤੱਕ ਲੈਣੀਆਂ ਹੈਗੀਆਂ ਨੇ ਤੇ ਰੈਸਟ ਐਪਲੀਕੇਸ਼ਨਸ ਕਿਉਂਕਿ 30 ਮੈਨੂੰ ਲੱਗਦਾ 30,000 ਉਹਨਾਂ ਨੇ ਕਿਹਾ ਬੁਲਾਉਣੇ ਪਰ ਉਹ ਅਗਲੇ ਸਾਲ ਦੇ ਵਿੱਚ ਆਉਣਗੇ। ਉਹ 2021 ਦਾ ਪ੍ਰੋਗਰਾਮ ਆ ਜੀ, ਅਗਲੇ ਸਾਲ 30,000 ਐਪਲੀਕੇਸ਼ਨਸ ਲੈਣੀਆਂ ਇਹਨਾਂ ਨੇ। ਸੋ ਇੰਨਾ ਸਬਮਿਸ਼ਨਸ ਦੇ ਵਿੱਚੋਂ ਹੀ ਲੈਣੀ ਹੈ ਕਿ ਫਿਰ ਸਬਮਿਟ ਕਰਨਾ ਪੈਣਾ? ਉਹ ਸ਼ਾਇਦ ਉਦੋਂ ਦੱਸ ਸਕਣਗੇ ਜੀ, ਬਟ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚੋਂ ਲੈਣਗੇ। ਅਗਲੀ ਵਾਰ ਹੋ ਸਕਦਾ ਕੋਈ ਨਵਾਂ ਪ੍ਰੋਗਰਾਮ ਲਾਂਚ ਕਰਨ, ਕੋਈ ਹੋਰ ਐਲੀਜੀਬਿਲਟੀ ਕ੍ਰਾਈਟੇਰੀਆ ਤੇ ਮੈਂ ਕਿ ਬਾਕੀ ਪ੍ਰੋਗਰਾਮਰਾਂ ਜਿਵੇਂ ਐਕਸਪ੍ਰੈਸ ਐਂਟਰੀ ਵਗੈਰਾ ਇਦਾਂ ਦਾ ਕੋਈ ਐਲੀਜੀਬਿਲਟੀ ਬਣਾ ਸਕਣ। ਪਰ ਆਈ ਡੋਨਟ ਨੋ ਕੀ ਕਰਨਗੇ ਅਗਲੀ ਵਾਰ, ਬਟ ਇਹਨਾਂ ਵਿੱਚੋਂ ਨਹੀਂ ਲੈਣਗੇ ਕਿਉਂਕਿ 2020 ਦੇ ਵਿੱਚ ਸਿਰਫ ਲੋਟਰੀ ਸਿਸਟਮ ਦੇ ਨਾਲ ਹੋਊਗਾ। ਅਗਲੀ ਵਾਰ ਹੋਰ ਨਵੇਂ ਕੈਂਡੀਡੇਟ ਆ, ਅਗਲੀ ਵਾਰ ਹੋ ਸਕਦਾ ਕੋਈ ਨਵਾਂ ਪ੍ਰੋਗਰਾਮ ਨਿਊ ਵੇ ਨਾਲ ਉਹ ਲੈ ਲੈਣਾ ਸਟੈਪ ਐਪਲੀਕੇਸ਼ਨ। ਬਟ ਇਸ ਵਾਰੀ 10,000 ਲੈਣੀਆਂ ਤੇ ਅਗਲੇ ਸਾਲ ਇਹਨਾਂ ਨੇ 30,000 ਐਪਲੀਕੇਸ਼ਨਸ ਲੈਣੀਆਂ 2020। ਬਿਲਕੁਲ ਕੁਐਸਚਨ ਮੈਂ ਦੇਖ ਰਹੀ ਸੀਗੀ ਇੱਥੇ ਕਿ ਬਹੁਤ ਸਾਰੇ ਕੁਐਸਚਨ ਆਲਰੇਡੀ ਆਏ ਹੋਏ ਹੈਗੇ ਆ ਕਿ ਜਿਹੜੀ ਫਾਈਨੈਂਸ਼ੀਅਲ ਐਲੀਜੀਬਿਲਟੀ ਹੈਗੀ ਹੈ ਸਪਾਂਸਰਸ ਦੀ ਉਹ ਕਿਹੜੀ ਹੋਣੀ ਚਾਹੀਦੀ ਹੈ, ਸਾਨੂੰ ਕਿੰਨਾ ਕੁ ਆਪਣਾ ਬੈਕਗ੍ਰਾਉਂਡ ਦਿਖਾਉਣੀ ਪੈਣੀ ਹੈਗੀ ਹੈ, ਕਿੰਨੇ ਸਾਲ ਦੀ ਸਾਨੂੰ ਆਪਣੀ ਇਨਕਮ ਦਿਖਾਉਣੀ ਪੈਣੀ ਹੈ। ਸੋ ਕੀ ਐਲੀਜੀਬਿਲਟੀ ਸਟੇਟਸ ਹੈਗਾ? ਸੋ ਇਸ ਜਿਹੜਾ ਪ੍ਰੋਗਰਾਮ ਹੈ ਇਹਦੀ ਐਲੀਜੀਬਿਲਟੀ ਹੈ ਕਿ ਤੁਸੀਂ ਪਿਛਲੇ 3 ਸਾਲਾਂ ਦੀ ਇਨਕਮ ਦਿਖਾਉਣੀ ਆ। ਹੁਣ ਪਿਛਲੇ 3 ਸਾਲ ਕਈ ਕਹਿੰਦੇ ਨੇ ਜੀ 17, 18, 19 ਦੀ ਇਨਕਮ ਹੁਣ ਦਿਖਾਉਣੀ ਆ ਕਿਉਂਕਿ 20 ਦੇ ਵਿੱਚ ਤਾਂ ਹਲੇ 2020 ਦਾ ਹਲੇ ਚੱਲ ਰਿਹਾ ਵਾ। ਬਟ ਇਦਾਂ ਨਹੀਂ ਹੈਗਾ, ਤੁਸੀਂ ਜਿਹੜੀ ਇਨਕਮ ਆ ਉਹ 2018 ਦੀ, 2019 ਦੀ ਤੇ 2020 ਦੀ 3 ਸਾਲ ਦੀ। ਹੁਣ ਇਹਦੇ ਵਿੱਚ ਵੀ ਇੱਕ ਆਰਸੀ ਜੀ ਇਹਨਾਂ ਨੇ ਛੋਟ ਦਿੱਤੀ ਆ ਕਿ ਮੋਸਟਲੀ ਕੀ ਹੁੰਦਾ ਕਿ ਜਿਹਨਾਂ ਨੇ ਵੀ ਜਦੋਂ ਆਪਾਂ ਪੇਰੈਂਟਸ ਨੂੰ ਸਪਾਂਸਰ ਕਰਨਾ ਵਾ ਤਾਂ ਉਦੋਂ ਤੁਸੀਂ ਲੀਕੋ ਪਲੱਸ 30% ਇਨਕਮ ਹੁੰਦੀ ਹੈ ਤੁਸੀਂ ਮੀਟ ਕਰਨੀ ਹੁੰਦੀ ਹੈ ਐਲੀਜੀਬਿਲਟੀ, MNI ਜਿਹਨੂੰ ਕਹਿੰਦੇ ਆਪਾਂ, ਮਿਨੀਮਮ ਨੈਸੈਸਰੀ ਇਨਕਮ। ਉਹ ਤੁਸੀਂ ਜਦੋਂ ਬਟ ਇਸ ਵਾਰੀ ਇਹਨਾਂ ਨੇ ਕੋਵਿਡ ਦੇ ਵਿੱਚ ਕਾਫੀ ਜੌਬਸ ਇਫੈਕਟ ਹੋਈਆਂ ਤਾਂ ਇਹਨਾਂ ਨੇ ਕਹਿਤਾ ਕਿ ਹੁਣ ਇਸ ਵਾਰੀ 2020 ਦੀ ਇਨਕਮ ਦੇ ਵਿੱਚ ਤੁਸੀਂ 30% ਐਡ ਨਹੀਂ ਕਰਨਾ। ਜਿਸ ਤਰ੍ਹਾਂ ਸੀਗਾ ਕਿ ਜਿਵੇਂ ਫੋਰ ਐਗਜ਼ਾਮਪਲ 6 ਜਣੇ ਫੈਮਿਲੀ ਦੇ ਮੈਂਬਰ ਹੋ, ਤੁਸੀਂ ਇੱਕ ਹਸਬੈਂਡ ਵਾਈਫ ਆ, 2 ਉਹਨਾਂ ਦੇ ਬੱਚੇ ਆ ਤੇ ਉਹਨਾਂ ਨੇ ਆਪਣੇ ਮਦਰ ਫਾਦਰ ਨੂੰ ਬੁਲਾਉਣਾ। ਸੋ ਟੋਟਲ 6 ਜਣੇ ਹੋ ਗਏ। 6 ਜਣਿਆਂ ਦੀ ਇਨਕਮ ਜਿਹੜੀ ਕਿ 2019 ਦੇ ਵਿੱਚ ਮੇਰੇ ਖਿਆਲ ਚ $80,000 ਸੀਗੀ ਉਹ, ਤੇ ਇਸ ਵਾਰੀ ਉਹ 60,000 ਹੀ ਰਹਿ ਗਈ ਜਿਹੜੀ 2020 ਦੀ ਇਨਕਮ ਆ। ਕਿਉਂਕਿ ਜੇ ਉਹਦੇ ਵਿੱਚ ਵੀ ਇਹ 30% ਹੋਰ ਐਡ ਕਰਦੇ ਤਾਂ ਮੇਰੇ ਖਿਆਲ ਚ 85,000 ਲਗਭਗ ਚਲੇ ਜਾਂਦੀ ਸੀ। ਤਾਂ ਉਹ ਬੜੀ ਵੱਡੀ ਛੂਟ ਮਿਲ ਗਈ, ਉਹਦੇ ਨਾਲ ਕਾਫੀ ਲੋਕ ਐਲੀਜੀਬਲ ਹੋ ਗਏ। ਉਹ ਇਹਨਾਂ ਨੇ 30% ਵਾਲਾ ਕ੍ਰਾਈਟੇਰੀਆ ਜਿਹੜਾ 2020 ਦੀ ਇਨਕਮ ਤੇ ਸੀਗਾ ਡਿਊ ਟੂ ਕੋਵਿਡ ਉਹ ਹਟਾਤਾ। ਸੋ ਹੁਣ ਤੁਸੀਂ 18 ਦੀ, 19 ਦੀ ਤੇ 20 ਦੀ ਇਨਕਮ ਦਿਖਾਉਣੀ ਹੈ। ਐਲੀਜੀਬਿਲਟੀ ਦੀ ਅਸੀਂ ਗੱਲ ਕਰ ਰਹੇ ਹਾਂ, ਫਾਈਨੈਂਸ਼ੀਅਲ ਐਲੀਜੀਬਿਲਟੀ ਤਾਂ ਇਹ ਫਾਈਨੈਂਸ਼ੀਅਲ ਐਲੀਜੀਬਿਲਟੀ ਹੈ। ਇਹ ਤੋਂ ਇਲਾਵਾ ਜਿਹੜੀ ਐਲੀਜੀਬਿਲਟੀ ਹੋਰ ਆ ਕਿ ਤੁਸੀਂ 18 ਸਾਲ ਦੇ ਹੋਣੇ ਚਾਹੀਦੇ ਹੋ, ਕੈਨੇਡੀਅਨ PR ਦਾ ਸਿਟੀਜ਼ਨ ਹੋਣੇ ਚਾਹੀਦੇ ਹੋ, ਵੈਸੇ ਤੁਹਾਡੇ ਤੇ ਕੋਈ ਕੇਸ ਨਾ ਹੋਵੇ, ਤੁਸੀਂ ਬੈਂਕਰਪਸੀ ਨਾ ਕੀਤੀ ਹੋਵੇ, ਕਦੇ ਜੇਲ੍ਹ ਨਾ ਗਏ ਹੋਵੋ, ਠੀਕ ਹੈ ਜੀ, ਕੋਈ ਹੋਰ ਕ੍ਰਿਮੀਨਲ ਆਫੈਂਸ ਨਾ ਕੀਤਾ ਹੋਵੇ, ਕੋਈ ਇਮੀਗ੍ਰੇਸ਼ਨ ਲੋਨ ਦਾ ਡਿਊ ਹੋਵੇ। ਸੋ ਇਹ ਸਾਰੀ ਐਲੀਜੀਬਿਲਟੀ ਅਗਰ ਤੁਸੀਂ ਇਹ ਚੀਜ਼ਾਂ ਤੋਂ ਭਰੇ ਹੋ ਤੇ ਤੁਹਾਡੀ ਫਾਈਨੈਂਸ਼ੀਅਲ ਤੁਹਾਡਾ ਗੁੱਡ ਆ, ਤੁਸੀਂ ਕਰ ਸਕਦੇ। ਐਲੀਜੀਬਲ ਕਿਹੜੇ ਨਹੀਂ ਹੋ ਸਕਦੇ?
ਕਿਹੜੇ ਨਹੀਂ ਹੋ ਸਕਦੇ, ਜਿਹੜਾ ਕਦੇ ਕੋਈ ਜੇਲ੍ਹ ਗਿਆ ਹੋਊਗਾ ਜੀ। ਸੇਮ ਥਿੰਗ ਹੀ ਹੋਗੀ ਵੀ ਇਹ ਹੈ ਕਿ ਜਿਹੜੇ ਸਿਰਫ ਪੀਆਰ ਹੈਗੇ ਨੇ ਤੇ ਸਿਟੀਜ਼ਨ ਹੈਗੇ ਨੇ ਸਿਰਫ ਉਹੀ ਅਪਲਾਈ ਕਰ ਸਕਦੇ ਆ, ਅਪਲਾਈ ਕਰ ਸਕਦੇ ਆ ਆਪਣੇ ਮਮ ਡੈਡ ਨੂੰ, ਆਪਣੇ ਦਾਦਾ ਦਾਦੀ ਨੂੰ, ਨਾਨਾ ਨਾਨੀ ਨੂੰ। ਹਾਂਜੀ, ਜਿਹੜੇ ਤੁਸੀਂ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਜਿਹੜੇ ਬਣਦੇ ਆ ਉਹੀ ਕਰ ਸਕਦੇ। ਹੁਣ ਇੱਥੇ ਇੱਕ ਹੋਰ ਕੁਐਸਚਨ ਡਿਪੈਂਡੈਂਟ ਚਾਈਲਡ ਦਾ ਆ ਜਾਂਦਾ ਹੈਗਾ ਆ। ਸੋ ਇਸ ਦੇ ਵਿੱਚ ਜੇ ਕਿਸੇ ਦਾ ਕੋਈ ਭੈਣ ਭਰਾ 18 ਸਾਲ ਤੋਂ ਘੱਟ ਹੈਗਾ ਆ, ਉਹ ਵੀ ਐਲੀਜੀਬਲ ਹੋਏਗਾ ਅਗਰ 22 ਸਾਲ ਤੋਂ ਘੱਟ ਹੈ। ਓਕੇ, ਅਗਰ 22 ਸਾਲ ਤੋਂ ਘੱਟ ਦਾ ਉਹਦੀ ਏਜ ਹੈਗੀ, ਡਿਪੈਂਡੈਂਟ ਦੀ ਏਜ 22 ਈਅਰ ਜੀ, ਉਹ 22 ਸਾਲ ਤੋਂ ਅਗਰ ਘੱਟ ਦੀ ਏਜ ਆ ਤੇ ਉਹ ਫਾਈਨੈਂਸ਼ੀਅਲੀ ਉਹ ਆਪਣੇ ਪੇਰੈਂਟਸ ਤੇ ਡਿਪੈਂਡੈਂਟ ਆ ਬੱਚਾ, ਉਹਨੂੰ ਵੀ ਤੁਸੀਂ ਐਪਲੀਕੇਸ਼ਨ ਚ ਇਨਕਲੂਡ ਕਰ ਸਕਦੇ ਜੀ। ਬਿਲਕੁਲ। ਸੋ ਉਹ ਫਿਰ ਉਹ ਫੈਮਿਲੀ ਦਾ ਸਾਈਜ਼ ਵੱਡਾ ਹੋ ਜਾਊਗਾ ਜੀ। ਸੋ ਇਹ ਐਪਲੀਕੇਸ਼ਨਸ ਪਹਿਲਾਂ ਕੀ ਹੁੰਦਾ ਸੀਗਾ ਕਿ ਤੁਹਾਨੂੰ 4-4 5-5 ਸਾਲ ਵੇਟ ਕਰਨਾ ਪੈਂਦਾ ਹੁੰਦਾ ਸੀ। ਸੋ ਇਹ ਵੀ ਪ੍ਰੋਸੈਸ ਟਾਈਮ ਇੰਨਾ ਲੇਟ ਹੋਊਗਾ ਕਿ ਅਜੇ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਆਈ? ਕੋਈ ਕਨਫਰਮੇਸ਼ਨ ਨਹੀਂ ਜੀ, ਟੂ ਬੀ ਔਨ। ਜਿਹੜੀਆਂ ਮੇਰੀਆਂ 2019 ਦੇ ਜਨਵਰੀ ਚ ਜਦੋਂ ਪ੍ਰੋਗਰਾਮ ਨਿਕਲਿਆ ਸੀਗਾ, ਜਦੋਂ ਐਪਲੀਕੇਸ਼ਨਸ ਆਨਲਾਈਨ ਲੱਗੀਆਂ ਸੀਗੀਆਂ, ਉਦੋਂ ਸਾਡੀਆਂ ਵੀ ਐਪਲੀਕੇਸ਼ਨ ਥੋੜੀਆਂ ਨਿਕਲ ਗਈਆਂ ਸੀਗੀਆਂ ਵਿੱਚੋਂ ਲੱਕੀਲੀ ਨਾ ਜੀ। ਉਹ ਹਾਲੇ ਤੱਕ ਜੀ ਇਹਨਾਂ ਦਾ ਕੋਈ ਆਨਸਰ ਨਹੀਂ ਆਇਆ। ਬੇਸਿਕਲੀ ਫਾਈਲ ਨੰਬਰ ਆਏ ਹੋਏ ਆ, ਪ੍ਰੋਸੈਸਿੰਗ ਚੱਲ ਰਹੀ ਹੈ, ਬਟ ਉਹ ਉਹਨਾਂ ਦਾ ਐਂਡ ਨਹੀਂ ਹੋਇਆ ਹਾਲੇ ਤੱਕ। ਤੁਸੀਂ ਲਾ ਲਓ ਸਾਹਿਬ, ਜਨਵਰੀ ਸਟਾਰਟਿੰਗ ਤੇ ਲਾਈ ਸੀ 2019 ਤੇ ਜਨਵਰੀ ਅਗਲਾ 2021 ਆਉਣ ਵਾਲਾ। ਸੋ ਜਿਹੜੀਆਂ ਕ੍ਰੈਸ਼ ਹੋਈਆਂ ਸੀ ਉਹਨਾਂ ਚ ਫਾਈਲ ਨੰਬਰ ਆ ਗਏ ਆ ਲੋਕਾਂ ਦੇ? ਹਾਂਜੀ, ਫਾਈਲ ਨੰਬਰ ਆ ਗਏ ਸੀਗੇ ਜੀ। ਸਾਡੇ ਨਾਲ ਹੀ ਆ ਫਾਈਲ, ਸਾਡੀਆਂ 2 ਐਪਲੀਕੇਸ਼ਨਸ ਉਦੋਂ ਨਿਕਲੀਆਂ ਸੀਗੀਆਂ, ਕਿਉਂਕਿ ਉਦੋਂ ਕੀ ਸੀਗਾ ਕਿ ਸਿਸਟਮ ਤੇ ਬਹਿਣਾ ਪੈਂਦਾ ਵਾ, ਕਿਹਦੀ ਐਕਸੈਪਟ ਹੁੰਦੀ ਆ ਕਿਹਦੀ ਨਹੀਂ ਹੁੰਦੀ, ਨੈਵਰ ਨੋ, ਹਨਾ। ਉਹ ਇਦਾਂ 3 ਐਪਲੀਕੇਸ਼ਨ ਸੀਗੀਆਂ ਸਾਡੀਆਂ ਜਿਹੜੀਆਂ ਥਰੂ ਹੋ ਗਈਆਂ ਸੀਗੀਆਂ ਜੀ। ਬਿਲਕੁਲ, ਜੇ ਤੁਸੀਂ ਸਾਡਾ ਪ੍ਰੋਗਰਾਮ ਦੇਖ ਰਹੇ ਹੋ, ਹੈਰੀ ਦੀਆਂ 2 ਐਪਲੀਕੇਸ਼ਨਸ ਪ੍ਰੋਸੈਸ ਹੋ ਗਈਆਂ। ਪਿਛਲੀ ਵਾਰ 2020 ਵਾਸਤੇ ਅਸੀਂ ਹੈਰੀ ਤੁਹਾਡੇ ਕੋਲ ਆਉਣਾ ਪੈਣਾ ਹੈਗਾ। ਇਨਫੋਰਮੇਸ਼ਨ ਕਿਹੜੀ ਹੈ? ਇਦਾਂ ਦਾ ਕੁਝ ਨਹੀਂ ਹੈਗਾ ਜੀ, ਮੇਰੇ ਕੋਲੇ ਕੋਈ ਇਦਾਂ ਦੀ ਜਾਦੂ ਦੀ ਛੜੀ ਨਹੀਂ ਹੈਗੀ ਜਿਹਦੇ ਨਾਲ ਮੈਂ ਐਪਲੀਕੇਸ਼ਨ ਨੂੰ ਪ੍ਰੋਸੈਸ ਕਰ ਦੇਣਾ। ਜੇ ਸਿੰਪਲ ਰੂਲ ਆ ਜੀ, ਪਿਛਲੀ ਵਾਰ ਤਾਂ ਸਿਸਟਮ ਓਪਨ ਹੋਇਆ ਫਟਾਫਟ, ਸਾਨੂੰ ਪਤਾ ਸੀ ਵੀ ਉਹਨਾਂ ਨੇ ਕੀ ਡਿਟੇਲ ਲੈਣੀ, ਅਸੀਂ ਆਲਰੇਡੀ ਲੈ ਕੇ ਰੱਖੀ ਸੀ। ਮਿੰਟ ਲਾਇਆ, ਫਟਾਫਟ ਸਬਮਿਟ ਕੀਤਾ ਤੇ ਡਨ ਹੋ ਗਿਆ, ਚਲੋ ਨਿਕਲ ਗਏ ਫਾਈਲਾਂ। ਇਸ ਵਾਰੀ ਇਦਾਂ ਦਾ ਕੁਝ ਨਹੀਂ, ਨੋ ਰਸ਼। 3 ਵੀਕ ਨੇਗੇ, ਆਰਾਮ ਨਾਲ ਆਪਣੀ ਐਲੀਜੀਬਿਲਟੀ ਚੈੱਕ ਕਰੋ, ਆਪਣੇ ਡਾਕੂਮੈਂਟ ਅਰੇਂਜ ਕਰੋ ਤੇ ਸਬਮਿਟ ਕਰ ਦਿਓ ਜੀ। ਜੀ ਬਿਲਕੁਲ ਹੈਰੀ, ਆਪਾਂ ਜਿੱਦਾਂ ਗੱਲਬਾਤ ਕਰ ਰਹੇ ਸੀ ਕਿ ਮੇਰੇ ਕੋਲ ਕੁਐਸਚਨ ਹੈਗੇ ਨੇ, ਕੁਐਸਚਨ ਦੇ ਆਨਸਰ ਬਾਅਦ ਚ ਦਵਾਂਗੇ। ਪਹਿਲਾਂ ਬ੍ਰੇਕ ਲੈ ਲੈਂਦੇ ਤੇ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਵੇ ਟੂ ਗੋ ਦ ਕੰਪਲੀਟ ਇਮੀਗ੍ਰੇਸ਼ਨ ਸੋਲੂਸ਼ਨ। ਅੱਜ ਕੱਲ੍ਹ ਬਾਤ ਹੋ ਰਹੀ ਹੈ ਜਿਹੜਾ ਨਵਾਂ ਐਪਲੀਕੇਸ਼ਨ ਲਗਾਉਣ ਦੇ ਲਈ ਕਿਹਾ ਗਿਆ ਹੈਗਾ ਕਿ ਤੁਸੀਂ ਆਪਣੇ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਨੂੰ ਕੈਨੇਡਾ ਦੇ ਵਿੱਚ ਪੱਕੇ ਤੌਰ ਦੇ ਉੱਤੇ ਬੁਲਾ ਸਕਦੇ ਹੋ। ਉਹਦੇ ਬਾਰੇ ਗੱਲਬਾਤ ਹੋ ਰਹੀ ਹੈ, ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ। ਰੁਕਦੇ ਹਾਂ ਕਮਰਸ਼ੀਅਲ ਬ੍ਰੇਕ ਦੇ ਲਈ। Welcome back after a short break. You are watching A Way to Go, the complete immigration solution. ਤੇ ਗੱਲਬਾਤ ਹੋ ਰਹੀ ਹੈ ਹੈਰੀ ਇਮੀਗ੍ਰੇਸ਼ਨ ਤੋਂ, ਹੈਰੀ ਦੇ ਨਾਲ। ਹੈਰੀ, ਜਿੱਦਾਂ ਅਸੀਂ ਪੇਰੈਂਟ ਗ੍ਰੈਂਡ ਪੇਰੈਂਟ ਜਿਹੜੀਆਂ ਐਪਲੀਕੇਸ਼ਨਸ ਖੁੱਲ ਰਹੀਆਂ ਨੇ 13 ਤਰੀਕ ਨੂੰ, ਉਹਦੇ ਬਾਰੇ ਗੱਲਬਾਤ ਕਰ ਰਹੇ ਹੈਗੇ ਆ। ਜਿਵੇਂ ਮੈਂ ਤੁਹਾਨੂੰ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ, ਕੁਐਸਚਨ ਬਹੁਤ ਆਲਰੇਡੀ ਆਉਣ ਲੱਗ ਗਏ ਹੈਗੇ, ਕਿਉਂਕਿ ਕਈ ਲੋਕਾਂ ਨੂੰ ਕੰਸਰਨ ਹੈਗਾ, ਪੇਰੈਂਟਸ ਪਿੱਛੇ ਹੈਗੇ ਨੇ, ਇਕੱਲੇ ਹੈਗੇ ਨੇ, ਏਜਡ ਹੈਗੇ ਨੇ, ਉਹਨਾਂ ਨੂੰ ਇਦਾਂ ਹੈ ਕਿ ਅਸੀਂ ਇਕੱਠੇ ਹੋ ਜਾਈਏ, ਇੱਥੇ ਆ ਜਾਈਏ। ਬਹੁਤ ਵੱਡਾ ਕੰਸਰਨ ਹੈ ਜੀ, ਬਹੁਤ ਵੱਡਾ ਕੰਸਰਨ ਹੈ। ਜਿਹੜੇ ਕਿਉਂਕਿ ਕੈਨੇਡਾ ਵੀ ਫੈਮਿਲੀ ਰੀਯੂਨੀਫਿਕੇਸ਼ਨ ਦੇ ਵਿੱਚ ਜ਼ਿਆਦਾ ਬਿਲੀਵ ਕਰਦਾ ਨਾ, ਕਿਉਂਕਿ ਇਹਨਾਂ ਨੂੰ ਹੁੰਦਾ ਕਿ ਸਾਰੀ ਫੈਮਿਲੀ ਇਕੱਠੀ ਹੋਊਗੀ ਇੱਥੇ। ਤੇ ਉਸ ਦੇ ਸੰਦਰਭ ਇਹਦੇ ਜੋ ਸਿਲਸਿਲੇ ਦੇ ਵਿੱਚ ਇਹ ਹੈ ਕਿ ਜਿਹੜੇ ਲੋਕ ਇੱਥੇ ਨੇ, ਉਹਨਾਂ ਦੇ ਪੇਰੈਂਟਸ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਨਾ ਬੈਠੇ ਨੇ, ਉਹਨਾਂ ਨੂੰ ਹੁੰਦਾ ਕਿ ਸਾਡੇ ਕੋਲੇ ਆ ਕੇ ਰਹਿਣ। ਉਹ ਆਬਵੀਅਸਲੀ ਬਜ਼ੁਰਗ ਨੇ ਜਾਂ ਟੇਕ ਕੇਅਰ ਨਹੀਂ ਕਰ ਸਕਦੇ ਜਾਂ ਮੈਡੀਕਲੀ ਕੋਈ ਪ੍ਰੋਬਲਮ ਆ, ਤਾਂ ਉਹਨਾਂ ਨੂੰ ਹੁੰਦਾ ਕਿ ਸਾਡੀ ਫੈਮਿਲੀ ਇਕੱਠੀ ਹੋਵੇ। ਬਿਲਕੁਲ, ਕਿਉਂਕਿ ਕਾਫੀ ਟਾਈਮ ਦੇ ਉੱਤੋਂ ਇਹ ਐਪਲੀਕੇਸ਼ਨਸ ਜਿਹੜੀਆਂ ਨੇ ਐਕਸੈਪਟ ਨਹੀਂ ਹੋ ਰਹੀਆਂ ਸੀਗੀਆਂ। ਜਾਂ ਮੈਨੂੰ ਲੱਗਦਾ ਜੀ ਕੈਨੇਡਾ ਹੀ ਐਜ ਦੀ ਕੰਟਰੀ ਹੈ ਜਿਹੜੀ ਇਹ ਪ੍ਰੋਗਰਾਮ ਲਾਂਚ ਕਰਦੀ ਹੈ, ਜਿਹਦੇ ਵਿੱਚ ਪੇਰੈਂਟਸ ਨੂੰ ਵੀ ਤੁਸੀਂ ਬੁਲਾ ਸਕਦੇ ਹੋ। ਮੈਨੂੰ ਨਹੀਂ ਲੱਗਦਾ ਕਿਸੇ ਹੋਰ ਕੰਟਰੀ ਦੇ ਵਿੱਚ ਇਦਾਂ ਦਾ ਕੋਈ ਪ੍ਰੋਗਰਾਮ ਹੁੰਦਾ ਹੈ ਜੀ। ਬਿਲਕੁਲ, ਕਿਉਂਕਿ ਯੰਗ ਜਨਰੇਸ਼ਨ ਨੂੰ ਉਹ ਕਹਿੰਦੇ ਆ ਕਿ ਉਹ ਆਉਣ ਤੇ ਇੱਥੇ ਆ ਕੇ ਇਕਨੋਮੀ ਦੇ ਵਿੱਚ ਹਿੱਸਾ ਪਾਉਣ। ਪਰ ਹੁਣ ਅੱਜ ਅਸੀਂ ਪੇਰੈਂਟ ਗ੍ਰੈਂਡ ਪੇਰੈਂਟ ਦੀ ਗੱਲ ਕਰ ਰਹੇ ਹਾਂ। ਕੁਐਸਚਨ ਸੀਗਾ ਮੇਰੇ ਕੋਲੇ ਕਿ ਕਿਸੇ ਨੇ ਕਿਹਾ ਕਿ ਮਾਈ ਵਾਈਫ ਵਾਂਟਸ ਟੂ ਸਪਾਂਸਰ ਹਰ ਪੇਰੈਂਟਸ ਤੇ ਸ਼ੀ ਡਸਨਟ ਹੈਵ ਐਨੀ ਇਨਕਮ, ਪਰ ਉਹਨਾਂ ਦੇ ਕੋਲ ਜਿਹੜਾ ਉਹਨਾਂ ਦਾ ਹਸਬੈਂਡ ਹੈ, ਉਹਨਾਂ ਦੇ ਕੋਲ ਇਨਫ ਇਨਕਮ ਹੈਗੀ ਹੈ, ਪਰ ਉਹ ਰੈਡੀ ਵੀ ਹੈ ਕਿ ਮੈਂ ਕੋਸਾਈਨ ਕਰ ਦੇਵਾਂ। ਪਰ ਹੁਣ ਉਹ ਕਹਿੰਦੇ ਆ ਕਿ ਅਸੀਂ ਇਹ ਐਪਲੀਕੇਸ਼ਨ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ? ਕਰ ਸਕਦੇ ਹੋ ਜੀ। ਅਗਰ ਤੁਹਾਡੇ ਹਸਬੈਂਡ ਉਹਨੂੰ ਕੋਸਾਈਨਰ ਬਣਨ ਨੂੰ ਰੈਡੀ ਨੇ, ਉਹਨਾਂ ਦੀ ਇਨਕਮ ਫਾਈਨੈਂਸ਼ੀਅਲ ਐਲੀਜੀਬਿਲਟੀ ਮੀਟ ਕਰਦੇ ਆ, ਉਹ ਕਰ ਸਕਦੇ ਆ। ਬਟ ਇਹਦੇ ਵਿੱਚ ਇੱਕ ਹੋਰ ਹੈ ਕਿ ਜਿਹੜੀ ਇਹਦੀ ਅੰਡਰਟੇਕਿੰਗ ਹੈ ਜੋ 20 ਸਾਲ ਦੀ ਹੁੰਦੀ ਹੈ। ਓਕੇ, ਤੁਸੀਂ 20 ਸਾਲ ਤੱਕ ਜਦੋਂ ਵੀ ਤੁਸੀਂ ਕੋਈ ਫਾਈਲ ਲਾਉਣੀ ਆ ਤਾਂ ਉਹ ਤੁਹਾਡੀ ਇੱਕ ਅੰਡਰਟੇਕਿੰਗ ਨਹੀਂ ਹੋ ਵੀ ਤੁਸੀਂ ਕਿਸੇ ਨੂੰ ਸਪਾਂਸਰ ਕੀਤਾ ਸੀਗਾ। ਜਿਵੇਂ ਹੁਣ ਕਹਿ ਦਈਏ ਕਿ ਕਈ ਕਹਿੰਦੇ ਕਿ ਹੁਣ ਚਲੋ ਜੀ ਮੁੰਡਾ ਕਹਿੰਦਾ ਮੈਂ ਆਪਣੇ ਪੇਰੈਂਟਸ ਨੂੰ ਬੁਲਾਉਣਾ, ਇੱਕ ਹਸਬੈਂਡ ਵਾਈਫ 2 ਬੱਚੇ ਆ, 4 ਜਣੇ ਆ ਤੇ 2 ਜਣੇ ਮਮ ਡੈਡ ਨੂੰ ਬੁਲਾ ਰਹੇ ਆ, ਟੋਟਲ 6 ਹੋ ਗਏ। ਕੱਲ ਨੂੰ
ਆਪਣੀ ਵਾਈਫ ਦੇ ਪੇਰੈਂਟਸ ਨੂੰ ਸਪਾਂਸਰ ਕਰਦਾ ਤਾਂ ਉਹ 6 ਤੇ 2 8 ਹੋ ਜਾਣਗੇ ਜੀ। ਇਹ ਨਹੀਂ ਹੈਗਾ ਵੀ ਇੱਕ ਵਾਰੀ ਬੁਲਾ ਲਿਆ ਮੈਂ ਆਪਣੇ ਪੇਰੈਂਟਸ ਨੂੰ ਮੁੜ ਕੇ, ਉਹ 20 ਸਾਲ ਤੱਕ ਅੰਡਰਟੇਕਿੰਗ ਕਰਨੀ ਹੈ। ਪਹਿਲਾਂ ਮੈਨੂੰ ਲੱਗਦਾ 10 ਸਾਲ ਹੁੰਦੀ ਸੀ, ਉਹਨਾਂ ਨੇ 20 ਸਾਲ ਕਰ ਦਿੱਤੀ ਹੈ। ਹਾਂਜੀ ਬਿਲਕੁਲ ਜੀ ਬਿਲਕੁਲ। ਸੋ 20 ਸਾਲ ਤੱਕ ਜੇ ਕੋਈ ਵੀ ਤੁਸੀਂ ਕੁਝ ਗਲਤ ਕਰਦੇ ਆ ਤਾਂ ਮੈਨੂੰ ਲੱਗਦਾ ਜਾਂ ਕੋਈ ਪੇਮੈਂਟ ਨਹੀਂ ਕਰਦੇ ਜਾਂ ਕੋਈ ਵੀ ਨਿੱਕੀ ਮੋਟੀ ਗੱਲ ਕਰਦੇ ਆ ਤਾਂ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਹੁੰਦੀ ਹੈ। ਜੀ ਬਿਲਕੁਲ। ਹੁਣ ਮੇਰਾ ਇੱਕ ਕੁਐਸਚਨ ਇਹ ਵੀ ਹੈ, ਜਿਵੇਂ ਇਹਨਾਂ ਦਾ ਕੁਐਸਚਨ ਸੀ ਕਿ ਮੇਰੀ ਵਾਈਫ ਦੀ ਇਨਕਮ ਬਣਦੀ ਨਹੀਂ ਹੈਗੀ, ਪਰ ਜੇ ਕੋਈ ਕੰਮ ਹੀ ਨਹੀਂ ਕਰ ਰਿਹਾ, ਸਿਰਫ ਇੱਕ ਬੰਦਾ ਕੰਮ ਕਰ ਰਿਹਾ ਪਰ ਫਿਰ ਵੀ ਇਨਕਮ ਬਣ ਰਹੀ ਹੈਗੀ, ਗੁੱਡ ਮਤਲਬ ਕੋਈ ਸਮਾਲ ਬਿਜ਼ਨਸ ਦੇ ਵਿੱਚ ਜਾਂ ਖੁਦ ਦਾ ਕੰਮ ਹੈ, ਫਿਰ ਵੀ ਉਹ ਸਪਾਂਸਰ ਕਰ ਸਕਦੇ? ਸੇਮ ਹੀ ਹੈ ਜੀ, ਇਨਕਮ ਨਹੀਂ ਹੈਗੀ, ਕੰਮ ਨਹੀਂ ਕਰ ਰਹੇ, ਸਮਾਨ ਆਫ ਦਾ ਸੇਮ ਥਿੰਗ ਹੀ ਹੈ ਜੀ ਬਿਲਕੁਲ। ਨੈਕਸਟ ਕੁਐਸਚਨ ਮੇਰੇ ਕੋਲ ਹੈ, ਵਾਟ ਆਰ ਦ ਇਨਕਮ ਰਿਕੁਆਇਰਮੈਂਟਸ ਟੂ ਸਪਾਂਸਰ ਪੇਰੈਂਟਸ? What are the income required? That depends on the size of the family. ਤੁਹਾਡੀ ਕਿੱਡੀ ਸਾਈਜ਼ ਫੈਮਿਲੀ ਆ, ਤੁਹਾਡੇ ਕੋਈ ਬੇਬੀ ਹੈਗਾ, ਤੁਸੀਂ 2 ਜਾਣੇ ਹੋ ਜਾਂ ਸਿੰਗਲ ਹੋ, ਇੱਕ ਜਣਾ ਸਪਾਂਸਰ ਕਰਨਾ ਚਾਹੁੰਦਾ ਜਾਂ ਦੋਨੇ ਜਣੇ ਸਪਾਂਸਰ ਕਰਨਾ ਚਾਹੁੰਦੇ ਹੋ। ਔਰ ਇਹਦੇ ਵਿੱਚ ਇੱਕ ਹੋਰ ਚੀਜ਼ ਮੈਂ ਅਰਸ਼ੀ ਐਡ ਕਰਦਾ, ਬੜੀ ਇੰਪੋਰਟੈਂਟ ਆ, ਕਿ ਜਿਹੜਾ ਕੋ ਸਾਈਨਰ ਆ ਹਾਂਜੀ ਉਹ ਤੁਹਾਡਾ ਸਪਾਊਸ ਹੀ ਹੋ ਸਕਦਾ। 2 ਭਰਾ ਰਲ ਕੇ ਨਹੀਂ ਪੇਰੈਂਟਸ ਨੂੰ ਬੁਲਾ ਸਕਦੇ। ਓਕੇ, that is a twist ਕਿ ਇਹ ਨਹੀਂ ਹੈ ਕਿ 2 ਭੈਣਾਂ ਜੋ 2 ਭਰਾ ਇੱਥੇ ਰਹਿ ਰਹੇ ਹੈਗੇ ਪੱਕੇ ਹੈਗੇ ਆ ਤੇ ਉਹ, ਸੋ ਇੱਕ ਇਨਸਾਨ ਕਰ ਸਕਦਾ ਹੈ ਜੇ ਤੁਸੀਂ ਇਕੱਲੇ ਹੈਗੇ। ਕੋ ਸਾਈਨਰ could be your spouse। ਸੋ ਇਕੱਲਾ ਬੰਦਾ ਵੀ ਕਰ ਸਕਦਾ ਹੈਗਾ ਹੈ। ਸੋ ਜਿਹੜਾ ਕੋ ਸਾਈਨਰ ਉਹ ਤੁਹਾਡਾ ਸਪਾਈਸ ਕੋ ਸਾਈਨਰ ਤਾਂ ਜ਼ਰੂਰਤ ਹੈ ਜੇ ਤੁਸੀਂ ਤੁਹਾਡੀ ਇਨਕਮ ਕਿਤੇ ਘਟਦੀ ਆ, ਲੱਗਦਾ ਕਿ ਵਾਈਫ ਜਾਂ ਹਸਬੈਂਡ ਮੈਂ ਤੁਹਾਡੇ ਨਾਲ ਵਿੱਚ ਸਾਈਨ ਕਰਨ ਨੂੰ ਰੈਡੀ ਆ, ਉਹ ਤਾਂ ਕੋ ਸਾਈਨਰ ਜ਼ਰੂਰਤ ਹੈ ਕਿ ਅਗਰ ਇਕੱਲਾ ਜਣਾ ਕਰ ਸਕਦਾ ਤੇ ਇਕੱਲਾ ਵੀ ਕਰ ਸਕਦਾ, ਪਰ ਭਰਾ ਭੈਣਾਂ ਨਹੀਂ ਕਰ ਸਕਦੀਆਂ। ਦੈਟਸ ਰੋਂਗ, ਪਰ ਇਟ ਇਜ਼ ਵਾਟ ਇਟ ਇਜ਼। ਹੁਣ ਅਗਲਾ ਕੁਐਸਚਨ ਮੇਰੇ ਕੋਲ ਹੈਗਾ ਕਿ ਮਾਈ ਪੇਰੈਂਟਸ ਆਰ ਇਨ ਕੈਨੇਡਾ ਔਨ ਸੁਪਰ ਵੀਜ਼ਾ। ਸੁਪਰ ਵੀਜ਼ੇ ਤੇ ਬਹੁਤ ਪੇਰੈਂਟਸ ਆਏ ਹੋਏ ਆ, ਸਪੈਸ਼ਲੀ ਹੁਣ ਕੋਵਿਡ ਦੇ ਦਿਨਾਂ ਦੇ ਵਿੱਚ ਤਾਂ ਵਿਜ਼ਿਟਰ ਵੀ ਬਹੁਤ ਆਏ ਹੋਏ ਆ ਕਿਉਂਕਿ ਉਹ ਦਸੰਬਰ ਤੱਕ ਇੱਥੇ ਰਹਿ ਸਕਦੇ ਹੈਗੇ। ਹੁਣ ਉਹ ਅਪਲਾਈ ਕਰ ਸਕਦੇ? ਹਾਂਜੀ, ਜਿਹੜੇ ਇੱਥੇ ਪੇਰੈਂਟਸ ਸੁਪਰ ਵੀਜ਼ੇ ਤੇ ਨੇ ਜਾਂ ਵਿਜ਼ਟਰ ਤੇ ਕੋਈ ਵੀ ਸਟੇਟਸ ਮੈਟਰ ਕਰ ਸਕਦੇ ਆ ਜੀ, ਕੋਈ ਇਸ਼ੂ ਨਹੀਂ ਹੈਗਾ ਜੀ। ਬਿਲਕੁਲ। ਸੋ ਤੁਹਾਡੇ ਪੇਰੈਂਟਸ ਨੇਗੇ ਤੇ ਤੁਸੀਂ ਐਲੀਜੀਬਿਲਟੀ ਮੀਟ ਕਰ ਸਕਦੇ ਹੋ, ਚਾਹੇ ਉਹ ਕੈਨੇਡਾ ਦੇ ਵਿੱਚ ਜਾਂ ਕਿਸੇ ਵੀ ਵਰਲਡ ਦੇ ਕੋਰਨਰ ਦੇ ਵਿੱਚ ਹੈਗੇ, ਕਰ ਸਕਦੇ ਹੋ ਇਹਨਾਂ ਦੇ ਅਪਲਾਈ। ਉਹਨਾਂ ਦੀ ਕੋਈ ਇਨਐਡਮਿਸਿਬਿਲਿਟੀ ਨਾ ਹੁੰਦੀ ਹੋਵੇ, ਕੋਈ ਉਹਨਾਂ ਤੇ ਤੁਹਾਡੇ ਪੇਰੈਂਟਸ ਤੇ ਕੋਈ ਕ੍ਰਿਮੀਨਲ ਚਾਰਜ ਨਾ ਹੋਵੇ, ਕੋਈ ਮੈਡੀਕਲੀ ਇਦਾਂ ਦੀ ਕੋਈ ਬਿਮਾਰੀ ਨਾ ਹੋਵੇ ਨਾ, ਜਿਹਦੇ ਕਰਕੇ ਵੀ ਤੁਹਾਨੂੰ ਮੈਡੀਕਲ ਦਾ ਪਾਸ ਕਰ ਸਕੋ ਜੀ, ਉਹ ਚੀਜ਼ ਨਹੀਂ ਹੋਣੀ ਚਾਹੀਦੀ, ਅਦਰਵਾਈਜ਼ ਕੋਈ ਇਸ਼ੂ ਨਹੀਂ ਹੈ, ਕੋਈ ਇਸ਼ੂ ਨਹੀਂ ਹੈਗਾ। ਸੋ ਤੁਸੀਂ ਜਿਹੜਾ ਹੈ ਉਹ ਕਰ ਸਕਦੇ ਹੈਗੇ। ਉਹ ਅਗਲਾ ਕੁਐਸਚਨ ਹੈਗਾ, ਇਜ਼ देयर ਐਨੀ ਡਿਫਰੈਂਸ ਇਫ ਆਈ ਅਪਲਾਈ ਔਨ ਫਰਸਟ ਡੇ ਔਰ ਆਈ ਕੈਨ ਅਪਲਾਈ ਔਨ ਦ ਲਾਸਟ ਡੇ ਐਜ਼ ਵੈਲ? ਸੋ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹੈਗੇ ਆ, ਸੋ ਇਟ ਡਸਨਟ ਮੈਟਰ ਕਿ ਤੁਸੀਂ ਪਹਿਲੇ ਦਿਨ ਕਰ ਰਹੇ ਹੋ ਜਾਂ ਲਾਸਟ ਡੇ ਅਪਲਾਈ ਕਰ ਰਹੇ ਹੋ। ਕੋਈ ਪੈਨਿਕ ਹੋਣ ਦੀ ਜ਼ਰੂਰਤ, ਦੇਖੋ ਪੈਨਿਕ ਹੋਣਗੇ ਬਿਲਕੁਲ, ਕਿਉਂਕਿ ਇਹ ਹਿਊਮਨ ਨੇਚਰ ਹੈ ਜੀ, ਇਹਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਮੈਨੂੰ ਨਹੀਂ ਲੱਗਦਾ, ਕਿਉਂਕਿ ਹੁਣ ਮੇਰੇ ਕੋਲੇ ਵੀ ਜਿਹੜੀਆਂ ਐਪਲੀਕੇਸ਼ਨਸ ਆ ਰਹੀਆਂ ਨੇ ਉਹਨਾਂ ਦੀਆਂ ਸਖਤ ਹਦਾਇਤਾਂ ਨੇ ਜੀ, ਪਹਿਲੇ ਦਿਨ ਲਾ ਦਿਓ ਜੀ। ਮੈਂ ਕਿਹਾ ਜੀ ਵੀ ਕੋਈ ਡਿਫਰੈਂਸ ਤਾਂ ਹੈ ਨਹੀਂਗਾ, ਨਹੀਂ ਜੀ ਸਾਡੀ ਸੈਟੀਸਫੈਕਸ਼ਨ ਲਈ ਤੁਸੀਂ ਪਲੀਜ਼ ਪਹਿਲੇ ਦਿਨ ਹੀ ਸਬਮਿਟ ਕਰੋ। ਹੁਣ ਕਿਵੇਂ ਨਾ ਕਰੀਏ? ਸਬਮਿਸ਼ਨ ਤੋਂ ਬਾਅਦ ਵੀ ਕੋਈ ਕੋਡ ਆਏਗਾ ਕਿ ਜੇ ਅਜੇ ਉੱਥੇ ਪਤਾ ਲੱਗੂਗਾ, ਈਮੇਲ ਆਊਗੀ ਕਿ ਸਬਮਿਟ ਹੋ ਗਈ, ਤੁਸੀਂ ਸਬਮਿਟ ਹੋ ਗਈ ਹੋਈ ਆ। ਫਿਰ ਲਾਸਟ ਟਾਈਮ ਵੀ ਇਦਾਂ ਹੋਇਆ ਸੀ ਕਿ ਜਿਨ੍ਹਾਂ ਨੇ ਸਬਮਿਟ ਕੀਤੀਆਂ ਸੀ, ਜਿਵੇਂ ਅਸੀਂ ਸਬਮਿਟ ਕੀਤੀਆਂ ਸੀ, ਸਾਨੂੰ ਰਾਈਟ ਅਵੇ ਈਮੇਲ ਆ ਗਈਆਂ ਸੀਗੀਆਂ ਕਿ ਤੁਹਾਡੀ ਫਾਈਲ ਜਿਹੜੀ ਸਬਮਿਟ ਹੋ ਗਈ ਹੈ। ਕਈਆਂ ਦੀ ਓਪਨ ਹੀ ਨਹੀਂ ਹੋਈਆਂ ਸੀ ਵੈਬਸਾਈਟਸ, ਬਹੁਤ ਜਗ੍ਹਾ ਹੋਇਆ ਜੀ। ਮੁੜ ਕੇ ਕਈ ਟੈਕਨੀਕਲ ਇਦਾਂ ਦੇ ਗੁਰੂ ਗਿਆਨੀ ਨਿਕਲ ਆਏ, ਉਹ ਕਹਿੰਦੇ ਜੀ ਨਹੀਂ ਤੁਸੀਂ ਆਹ ਬਰਾਊਜ਼ਰ ਨਹੀਂ, ਆਹ ਬਰਾਊਜ਼ਰ ਵਰਤਣਾ ਸੀ, ਆਹ ਨੈਟਵਰਕ ਨਹੀਂ ਵਰਤਣਾ ਸੀ, ਆਹ ਨੈਟਵਰਕ ਵਰਤਣਾ ਸੀ, ਤੁਸੀਂ ਵਿੰਡੋ ਵਾਲੇ ਤੇ ਤੁਸੀਂ ਮੈਕ ਵਰਤਣਾ ਸੀ, ਇਦਾਂ ਦਾ ਕੁਝ ਹੱਥ ਨਾ ਪਹੁੰਚੇ ਥੂ ਕੜੀ। ਸੋ ਲਾਸਟ ਕੁਐਸਚਨ ਮੇਰੇ ਕੋਲ ਹੈਗਾ, ਆਈ ਐਮ ਅ ਕੈਨੇਡੀਅਨ ਸਿਟੀਜ਼ਨ ਐਂਡ ਮਾਈ ਵਾਈਫ ਇਜ਼ ਅ ਯੂਐਸ ਸਿਟੀਜ਼ਨ ਜੀ, ਸੋ ਉਹ ਅਪਲਾਈ ਕਰ ਸਕਦੇ? ਉਹਨਾਂ ਨੇ ਕਿਹਨੂੰ ਕਰਨਾ ਵਾ? ਐਂਡ ਕੈਨ ਆਈ ਸਪਾਂਸਰ ਹਰ ਮਦਰ? ਉਹਦੀ ਮਦਰ ਨੂੰ? ਨਹੀਂ ਜੀ, ਯੂਐਸ ਸਿਟੀਜ਼ਨ ਨਹੀਂ ਜੀ, ਸੋ ਕਿਉਂਕਿ ਉਹ ਸਿਟੀਜ਼ਨ ਨਹੀਂ ਕਹਿੰਦਾ, ਕਿਉਂਕਿ ਜਿਹਨੂੰ ਤੁਸੀਂ ਸਪਾਂਸਰ ਕਰਨਾ, ਜਿਨ੍ਹਾਂ ਦੇ ਪੇਰੈਂਟ ਜਾਂ ਗ੍ਰੈਂਡ ਪੇਰੈਂਟ ਨੂੰ, ਉਹ ਕੈਨੇਡਾ ਦੇ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟ ਹੋਣੇ ਚਾਹੀਦੇ ਆ। ਔਰ ਇਹਦੇ ਵਿੱਚ ਇੱਕ ਹੋਰ ਚੀਜ਼ ਤੁਹਾਨੂੰ ਮੈਂ ਐਡ ਕਰਦਾ ਕਿ ਜਿਹੜੀ ਤੁਹਾਡੀ ਰੈਜ਼ੀਡੈਂਸੀ ਹੈ ਨਾ ਜੀ, ਇਹ ਚਾਹੇ ਤੁਸੀਂ ਪਿਛਲੇ ਮਹੀਨੇ ਪੀਆਰ ਹੋਏ ਹੋ, ਓਕੇ, ਕਈ ਕਹਿੰਦੇ ਨੇ ਕਿ ਅਸੀਂ ਜੀ ਸਾਨੂੰ 1 ਸਾਲ ਹੋ ਗਿਆ ਪੀਆਰ ਹੋਏ ਨੂੰ, ਸਾਡੀ ਇਨਕਮ ਤਾਂ ਪਿਛਲੀ ਵੀ ਬਣਦੀ ਹੈ, ਉਦੋਂ ਅਸੀਂ ਵਰਕ ਪਰਮਿਟ ਤੇ ਸੀਗੇ, ਉਹ ਵੀ ਇਨਕਮ ਕਾਊਂਟ ਹੋਊਗੀ। ਓਕੇ, ਸੋ ਇਹ ਵੀ ਇੱਕ ਗੁੱਡ ਪੁਆਇੰਟ ਹੈਗਾ ਆ ਕਿ ਜੇ ਤੁਸੀਂ ਤੁਹਾਨੂੰ ਹੁਣ ਇਸ ਸਾਲ ਦੇ ਵਿੱਚ ਹੀ ਤੁਸੀਂ ਪੀਆਰ ਹੋਏ ਹੈਗੇ ਹੋ ਤੇ ਜਾਂ ਸਿਟੀਜ਼ਨਸ਼ਿਪ ਤਾਂ ਚਲੋ ਪੀਆਰ ਦੀ ਹੈਗੀ ਹੈ ਤੇ ਉਹ ਤਾਂ ਬਾਅਦ ਦੀ ਗੱਲ ਹੈ। ਹਾਂਜੀ, ਸੋ ਪਰ ਉਹ ਤੁਹਾਡੀ ਜਿਹੜੀ ਇਨਕਮ ਹੈਗੀ ਆ ਉਹ ਕਾਊਂਟ ਹੋਏਗੀ ਤੇ ਤੁਸੀਂ ਐਪਲੀਕੇਸ਼ਨ ਜਿਹੜੀ ਆ ਉਹ ਲਗਾ ਸਕਦੇ ਹੈਗੇ ਹੋ। ਜੇ ਤੁਸੀਂ ਰਿਕੁਆਇਰਮੈਂਟਸ ਮੀਟ ਨਹੀਂ ਕਰ ਰਹੇ ਤਾਂ ਪਲੀਜ਼ ਨਾ ਲਗਾਓ, ਕਿਉਂਕਿ ਇਹ ਹੈ ਕਿ ਹੱਥ ਜੋੜ ਕੇ ਬੇਨਤੀ ਹੈ ਜੀ, ਜਿਹੜੇ ਹੋਰ ਜ਼ਰੂਰਤਮੰਦ ਜਾਂ ਜਿਹੜੇ ਹੋਰ ਲੋਕ ਨੇਗੇ ਉਹਨਾਂ ਨੂੰ ਪਲੀਜ਼ ਮੌਕਾ ਦਿਓ। ਬਹੁਤ ਸਾਰੇ ਇਦਾਂ ਦੇ ਨੇ ਜਿਨ੍ਹਾਂ ਦੇ ਪੇਰੈਂਟਸ 10-10 15-15 ਸਾਲ ਹੋ ਗਏ, ਜਿਹੜੇ ਇਹਨਾਂ ਨੂੰ ਇੱਥੇ ਪੀਆਰ ਸਿਟੀਜ਼ਨ ਹੋਇਆ ਨੂੰ, ਸੈਟਲ ਹੋਇਆ ਜੀ ਜੀ, ਉਹਨਾਂ ਦੀ ਪੇਰੈਂਟਸ ਦੀ ਐਪਲੀਕੇਸ਼ਨਾਂ ਰਹਿ ਗਈਆਂ। ਜਿਹੜੇ ਹਲੇ ਹੁਣੇ ਰੀਸੈਂਟਲੀ ਪੀਆਰ ਹੋਏ ਸੀਗੇ ਉਹਨਾਂ ਦੇ ਪੇਰੈਂਟਸ ਦੀ ਇਨਵੀਟੇਸ਼ਨ ਆ ਗਈ। ਹੁਣ ਜਿਹੜੇ ਪਹਿਲਾਂ ਬੈਠੇ ਸੀਗੇ ਵਿਚਾਰੇ, ਉਹ ਆਬਵੀਅਸਲੀ ਗੁੱਸਾ ਤਾਂ ਹੋਊਗਾ ਹੀ ਕਿਸੇ ਤਰੀਕੇ ਨਾਲ ਨਾ, ਵੀ ਸਾਡੇ ਪੇਰੈਂਟਸ ਨੂੰ ਕਿਉਂ ਨਹੀਂ
ਮੇਬੀ ਇਨ ਫਿਊਚਰ ਕੋਈ ਇਦਾਂ ਦਾ ਕ੍ਰਾਈਟੇਰੀਆ ਕਰਨ ਕਿ ਹਾਂਜੀ ਤੁਹਾਡੀ ਇਨਕਮ ਦਾ ਲੈਵਲ ਹਾਈ ਕਰ ਦੇਣ ਜਾਂ ਵਟਐਵਰ, ਜਾਂ ਤੁਸੀਂ ਕਿੰਨੇ ਪੁਰਾਣੇ ਹੋ ਸਕਦਾ ਇਦਾਂ ਦਾ ਕੁਝ ਹੋਵੇ, ਕੋਈ ਇਦਾਂ ਦੀ ਆਪਸ਼ਨ ਆ ਜਾਵੇ। ਬਟ ਰਾਈਟ ਨਾਓ ਤਾਂ ਲੋਟਰੀ ਸਿਸਟਮ ਆ ਜੀ, ਜਿਹਦੀ ਲੋਟਰੀ ਲੱਗ ਗਈ ਜੀ। ਬਾਕੀ ਕਹਿੰਦੇ ਹੁੰਦੇ ਕਿ ਕਿਸਮਤ ਜੇ ਤੁਹਾਡਾ ਸਾਥ ਦਊਗੀ, ਜਾਂ ਉਹਨਾਂ ਦਾ ਐਂਡ ਦੇ ਉੱਤੇ ਪੰਜਾਬੀ ਚ ਇਹ ਵੀ ਕਹਿੰਦੇ ਹੁੰਦੇ ਕਿ ਜੇ ਤੁਹਾਡਾ ਦਾਣਾ ਪਾਣੀ ਲਿਖਿਆ ਹੈਗਾ ਤੁਸੀਂ ਉਸ ਵੇਲੇ ਆ ਜਾਣਾ ਹੈਗਾ ਆ। ਬਾਕੀ ਹੁਣ ਜਿਹੜਾ ਸਿਸਟਮ ਉਹਨਾਂ ਨੇ ਕਰ ਦਿੱਤਾ ਇਹਦੇ ਅਕੋਰਡਿੰਗ ਤੁਸੀਂ ਜਿਹੜੀ ਐਪਲੀਕੇਸ਼ਨ ਲਗਾ ਸਕਦੇ ਹੋ। ਮੈਸੇਜ ਕੀ ਆ ਤੁਹਾਡਾ ਇਸ ਐਪਲੀਕੇਸ਼ਨਸ ਨੂੰ ਲੈ ਕੇ ਅੱਜ ਦੇ ਦਿਨ ਦੇ ਲਈ? ਇਹਦੇ ਦੇਖੋ ਜੀ, ਇੱਕ ਤਾਂ ਤੁਸੀਂ ਪੈਨਿਕ ਨਾ ਹੋਵੋ, ਸਭ ਤੋਂ ਪਹਿਲੀ ਗੱਲ ਆ ਤੁਹਾਡੇ ਕੋਲੇ 3 ਵੀਕ ਨੇ ਐਪਲੀਕੇਸ਼ਨ ਸਬਮਿਟ ਕਰਨ ਲਈ। ਇਹ ਨਾ ਹੋਵੇ ਪਹਿਲੇ ਦਿਨ ਹੀ ਸਾਰੇ ਜਾਣੇ ਬੈਠ ਜਾਓ ਤੇ ਐਪਲੀਕੇਸ਼ਨ ਦਾ ਸਰਵਰ ਕ੍ਰੈਸ਼ ਹੋ ਜਾਵੇ। ਆਰਾਮ ਨਾਲ ਐਪਲੀਕੇਸ਼ਨਸ ਲਾਓ, ਚਾਹੇ ਤੁਸੀਂ ਪਹਿਲੇ ਦਿਨ ਸਬਮਿਟ ਕੀਤੀ ਆ ਚਾਹੇ ਦਿਨ ਤੁਸੀਂ ਲਾਸਟ ਵਾਲੇ ਦਿਨ ਸਬਮਿਟ ਕੀਤੀ ਆ, ਕੋਈ ਡਿਫਰੈਂਸ ਨਹੀਂ ਹੈਗਾ। ਇਹ ਨਹੀਂ ਹੈਗਾ ਪਹਿਲੀ 10,000 ਚੱਕ ਲੈਣੀ ਹੈ, ਤੁਸੀਂ ਇਹ ਨਾ ਵਰੀ ਕਰੋ। ਅਗਰ ਤੁਸੀਂ ਐਲੀਜੀਬਿਲਟੀ ਮੀਟ ਕਰਦੇ ਹੋ ਤਾਂ ਪਲੀਜ਼ ਤਾਂ ਹੀ ਤੁਸੀਂ ਐਪਲੀਕੇਸ਼ਨ ਸਬਮਿਟ ਕਰੋ, ਅਦਰਵਾਈਜ਼ ਕਿਸੇ ਹੋਰ ਦਾ ਸਪੌਟ ਨਾ ਪਲੀਜ਼ ਖਰਾਬ ਕਰੋ। ਤੇ ਪਲੀਜ਼ ਆਪਣਾ ਜਿਹੜਾ ਤੁਸੀਂ ਸਬਮਿਟ ਕਰਨ ਤੋਂ ਪਹਿਲਾਂ ਆਪਣਾ ਫਾਈਨੈਂਸ਼ੀਅਲ ਚੈੱਕ ਕਰ ਲਓ ਕਿ ਤੁਸੀਂ ਜੋ ਉਹਨਾਂ ਦੀ ਐਲੀਜੀਬਿਲਟੀ ਹੈਗੀ ਆ ਮੀਟ ਕਰਦੇ ਹੋ ਕਿ ਨਹੀਂ ਕਰਦੇ। ਅਗਰ ਤੁਹਾਨੂੰ ਕੋਈ ਵੀ ਹੋਰ ਕੁਐਸਚਨ ਲੱਗਦਾ ਵਾ, ਤੁਹਾਨੂੰ ਲੱਗਦਾ ਕਿ ਸਾਡੀ ਐਲੀਜੀਬਿਲਟੀ ਬਾਰੇ ਅਸੀਂ ਹੋਰ ਜਾਣਨਾ ਚਾਹੁੰਦੇ ਹਾਂ, ਤਾਂ ਕਿਸੇ ਵੀ ICCRC ਮੈਂਬਰ ਨੂੰ ਤੁਸੀਂ ਕੰਸਲਟ ਕਰ ਸਕਦੇ ਹੋ ਤੇ CIC ਨੂੰ ਫੋਨ ਕਰ ਸਕਦੇ ਹੋ, ਸਾਨੂੰ ਕੰਟੈਕਟ ਕਰ ਸਕਦੇ ਹੋ। ਬਟ ਇਨਫੋਰਮੇਸ਼ਨ ਲੈ ਕੇ ਫਿਰ ਹੀ ਤੁਸੀਂ ਆਪਣੀ ਐਪਲੀਕੇਸ਼ਨ ਸਬਮਿਟ ਕਰਿਓ, ਕਿਉਂਕਿ ਇੱਕ ਵਾਰੀ ਔਰ ਮਲਟੀਪਲ ਐਪਲੀਕੇਸ਼ਨ ਨਾ ਸਬਮਿਟ ਕਰਿਓ। ਇੱਕ ਮੈਂ ਹੋਰ ਮੈਸੇਜ ਦੇ ਦਾਂ, ਇਹ ਨਹੀਂ ਹੈਗਾ ਕਿ ਜੀ ਮੈਂ 4-5 ਵਾਰੀ ਉਹ ਫਾਰਮ ਸਬਮਿਟ ਕਰਤਾ ਤੇ ਸ਼ਾਇਦ ਮੇਰਾ ਜ਼ਿਆਦਾ ਨੰਬਰ ਆ ਜਾਊਗਾ, ਇਦਾਂ ਦਾ ਨਹੀਂਗਾ। ਪਲੀਜ਼ ਇੱਕ ਜਣਾ ਇੱਕੋ ਹੀ ਫਾਰਮ ਸਬਮਿਟ ਕਰੇ। ਦੈਟਸ ਅ ਗੁੱਡ ਐਡਵਾਈਸ ਟੂ, ਕਿ ਤੁਸੀਂ ਇੱਕ ਵਾਰ ਸਬਮਿਟ ਕਰਤੀ, ਤੁਹਾਨੂੰ ਈਮੇਲ ਆ ਗਈ ਤਾਂ ਤੁਸੀਂ ਆਪਣਾ ਨੰਬਰ ਜਿਹੜਾ ਉਹ ਕੀਪ ਕਰ ਸਕਦੇ ਆ। ਜਦੋਂ ਤੁਹਾਨੂੰ ਲੋਟਰੀ ਦਾ ਨੰਬਰ ਆਊਗਾ ਦੈਨ ਯੂ ਕੈਨ ਕੀਪ ਐਨ ਆਈ ਔਨ ਇਟ। ਤੇ ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਹੈਗੀ ਹੈ ਤੇ ਆਲਵੇਜ਼ ਤੁਸੀਂ ਹਮੇਸ਼ਾ ਹੀ ਆ ਕੇ ਇੱਕ ਇਨਫੋਰਮੇਸ਼ਨ ਜੋ ਵੀ ਨਵੇਂ ਰੂਲਸ ਹੁੰਦੇ ਆ ਉਹਦੇ ਬਾਰੇ ਦਿੰਦੇ ਹੋ। ਹੋਰ ਵੀ ਬਹੁਤ ਸਾਰੇ ਰੂਲਸ ਹੈਗੇ, ਉਹਨਾਂ ਬਾਰੇ ਅਗਲੀ ਵਾਰੀ ਗੱਲਬਾਤ ਕਰਾਂਗੇ, ਪਰ ਅੱਜ ਦੇ ਲਈ ਧੰਨਵਾਦ ਤੁਹਾਡਾ ਬਹੁਤ-ਬਹੁਤ। ਬਿਲਕੁਲ, ਜਿਵੇਂ ਮੈਂ ਤੁਹਾਨੂੰ ਕਿਹਾ ਹੈਗਾ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਇਮੀਗ੍ਰੈਂਟਸ ਆ ਰਹੇ ਹੈਗੇ ਨੇ, ਬਹੁਤ ਲੋੜ ਹੈਗੀ ਹੈ ਕੈਨੇਡਾ ਦੇ ਵਿੱਚ। ਇਮੀਗ੍ਰੈਂਟਸ ਨੂੰ ਵੈਲਕਮ ਕਰਦਾ ਹੈ ਕੈਨੇਡਾ ਓਨਲੀ। ਜਿਵੇਂ ਹੈਰੀ ਨੇ ਦੱਸਿਆ ਕਿ ਸਿਰਫ ਕੈਨੇਡਾ ਹੀ ਅਜਿਹੀ ਕੰਟਰੀ ਹੈਗੀ ਹੈ ਜਿਹੜੀ ਪੇਰੈਂਟ ਗ੍ਰੈਂਡ ਪੇਰੈਂਟਸ ਨੂੰ ਜਿਹੜਾ ਹੈ ਫੈਮਿਲੀ ਰੀਯੂਨੀਫਿਕੇਸ਼ਨ ਦੇ ਲਈ ਰਾਜੀ ਹੁੰਦੀ ਹੈਗੀ ਹੈ। ਐਪਲੀਕੇਸ਼ਨਸ ਜਿਹੜੀਆਂ ਨੇ ਉਹ 13 ਤਰੀਕ ਨੂੰ ਖੁੱਲ ਰਹੀਆਂ ਨੇ, ਨਵੰਬਰ ਤੱਕ ਚੱਲਣੀਆਂ ਨੇ 3 ਵੀਕ ਦੇ ਲਈ। ਇਨਫੋਰਮੇਸ਼ਨ ਤੁਹਾਡੇ ਤੱਕ ਅਸੀਂ ਪਹੁੰਚਾਈ ਹੈਗੀ ਹੈ। ਹੋਰ ਇਨਫੋਰਮੇਸ਼ਨ ਦੇ ਲਈ ਤੁਸੀਂ ਕਿਸੇ ਵੀ ਇਮੀਗ੍ਰੇਸ਼ਨ ਕੰਸਲਟੈਂਟ ਦੇ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਹੈਰੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਹੈਰੀ ਇਮੀਗ੍ਰੇਸ਼ਨ ਤੋਂ ਸਕਰੀਨ ਦੇ ਉੱਤੇ ਇਹਨਾਂ ਦੇ ਨੰਬਰ ਵੀ ਚੱਲ ਰਹੇ ਹੈਗੇ ਨੇ, ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਤੇ ਹੋਰ ਇਨਫੋਰਮੇਸ਼ਨ ਤੁਹਾਨੂੰ ਇਸ ਤਰ੍ਹਾਂ ਹੀ ਪਹੁੰਚਾਉਂਦੇ ਰਹਾਂਗੇ। ਦੇਖਦੇ ਰਹੋ ਸਾਂਝਾ TV। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।